हर हफ्ते छिंदे दा निक सुख प्रोग्राम पेश किया जाता जी। छिंदे दे निक सुख दे विच हमेशा कोशिश हुंदी है कि कोई ना कोई नवेकली जी गल कीती जावे ते अज दे इस छिंदे दे निक सुख दे विच आपां गलबात करांगे वसीयत दी ते ट्रस्ट दी। कुलवंत मानक जी होरां दे नाल गलबात करांगे कि वसीयत बनाउण दे की फायदे ने ते जेकर वसीयत ना बनाई जावे ते की नुकसान हो सकदे ने। सो दोस्तों ज़्यादा आपां समा ना लईए क्योंकि मानक साहब होरां कोलों आपां काफ़ी सारी जानकारी इकट्ठी करनी है जी। कुलवंत मानक जी जी आयां नूं स्वागत है जी। सब तो पहला जी आयां नूं सब नूं सत श्री अकाल जी। साडे वल्लों भी प्यार भरी सत श्री अकाल। की हाल चाल है जी? थैंक यू मुड़ के बुलाया वारी थैंक यू जी। मानक साहब अक्सर असीं गल करदे हां कि वसीयत बनाउण दे की फायदे ते वसीयत ना बनाउण दे की नुकसान हो जांदे है। सो इहो जी आपां गलबात करांगे क्योंकि बहुत असीं आस पास जिहड़ियां खबरां पढ़न सुणन नूं मिलदियां अक्सर असीं भी साਂਝੀਆਂ करदे रहने हैं। बहुत सारे स्रोते सांझ पा के भी गल करते हैं कि जो किसी ने वसीयत ना बनाई होवे ते उहदे पिछे जिहड़े परिवार के मैंबर है उन्होंने किन्नियां मुश्किलों का सामना करना पैंदा। सब तो पहले आपां जिक्र करांगे गल करांगे कि वसीयत है की चीज़। भाई जिंदा अगे भी दसिया होया वसीयत इंदरी चीज़ है जिहदे विच असीं लिखा रहे हैं थातों मगरों किंदा वंड पाउणी आ। ਉਹਦੇ ਵਿੱਚ ਜਿਹਨੂੰ ਜ਼ਿਆਦਾ ਜਾਂ ਘੱਟ ਹਿੱਸਾ ਦੇਣਾ ਹੋਵੇ ਸਾਰਾ ਲਿਖਿਆ ਜਾਂਦਾ। ਫਿਰ ਕਾਨੂੰਨ ਦੇ ਤੌਰ ਉੱਤੇ ਉਹੀ ਵੰਡ ਪਾਊਗੀ ਜੀ। ਹੈਗੀਆਂ ਮੌਕੇ ਜਿੱਥੇ ਕੋਈ ਚੈਲੰਜ ਕਰ ਸਕਦਾ ਬਟ ਉਹ ਵੀ ਇਹਨੇ ਘੱਟ ਕੇਸਾਂ ਦੇ ਵਿੱਚ ਹੋਊਗਾ। ਪਰ ਜਾਂ ਲਿਖਿਆ ਹੋਵੇ ਐਟਲੀਸਟ ਉੱਥੇ ਜਿੱਦਾਂ ਕਹਿੰਦੇ ਸਟਾਰਟਿੰਗ ਪੁਆਇੰਟ ਹੈਗੀ ਆ। ਜਾਂ ਨਾ ਹੋਵੇ ਫਿਰ ਜਿਹੜੇ ਕਾਨੂੰਨ ਦੇ ਇੰਗਲੈਂਡ ਦੇ ਕਾਨੂੰਨ ਦੇ ਤੌਰ 'ਤੇ ਜਿਹਨੂੰ ਕਹਿੰਦੇ ਇੰਟੈਸਟੇਸੀ ਰੂਲਸ ਉਹਦੇ ਵਿੱਚ ਉਹਦੇ ਨਾਲ ਉਹ ਫਿਰ ਸਭ ਕੁਝ ਵੰਡਿਆ ਜਾਂਦਾ। ਜਿਹੜਾ ਜਿਸ ਤਰ੍ਹਾਂ ਤੁਹਾਡੇ ਕਹਿਣ ਤੋਂ ਭਾਵ ਕਿ ਜਿਹੜੀ ਵਸੀਅਤ ਹੈ ਜੇਕਰ ਕੋਈ ਬੰਦਾ ਚਾਹਵੇ ਕਿ ਮੇਰੀ ਪ੍ਰੋਪਰਟੀ ਇੰਨੇ % ਇਸ ਬੱਚੇ ਨੂੰ ਇੰਨੇ % ਇਸ ਬੱਚੇ ਨੂੰ ਜਾਂ ਇੰਨੇ % ਮੇਰੇ ਲਾਈਫ ਪਾਰਟਨਰ ਨੂੰ ਜਾਂ ਕਿਸੇ ਸੰਸਥਾ ਨੂੰ ਜਾਂ ਕਿਸੇ ਆਰਗੇਨਾਈਜੇਸ਼ਨ ਨੂੰ ਜਿੱਦਾਂ ਵੀ ਦੇਣਾ ਉਹ ਸਾਰਾ ਕੁਝ ਵਸੀਅਤ ਵਿੱਚ ਲਿਖਿਆ ਜਾ ਸਕਦਾ। ਹਾਂਜੀ ਜਾਂ ਨਾ ਲਿਖਿਆ ਹੋਵੇ ਨਾ ਫਿਰ ਜਿੱਦਾਂ ਮੈਂ ਕਹਿੰਦਾ ਜਿਹੜੇ ਇੰਟੈਸਟੇਸੀ ਰੂਲਸ ਆ ਉਹ ਫਿਰ ਰੈਗੂਲੇਟ ਕਰਦੇ ਆ ਕਿੰਦਾ ਬੰਦ ਪੈਣੀ ਆ। ਆਈ ਫੋਰ ਐਗਜ਼ਾਮਪਲ ਇੰਟੈਸਟੇਸੀ ਰੂਲ ਲਿਖਿਆ ਹੁੰਦਾ ਜਿਹੜਾ ਪਹਿਲਾਂ 2.5 ਲੱਖ ਹੁੰਦਾ ਆ ਉਹ ਫਿਰ ਜਿਹੜਾ 2 ਜਣਿਆਂ 'ਚੋਂ ਜੀਂਦਾ ਆ ਉਹਨੂੰ ਜਾਂਦਾ ਤਾਂ ਫਿਰ ਜਿਹੜਾ ਹੋਰ ਕੁਛ ਉਹ ਤੋਂ ਮਗਰੋਂ ਰਹਿ ਗਿਆ ਉਹਦੇ ਵਿੱਚ ਵੀ ਅੱਧ ਪੈਂਦੀ ਹੈ। ਫਿਰ ਅੱਧ ਵੀ ਜਿਹੜਾ ਜੀ ਉਹਨ 'ਚੋਂ ਰਹਿੰਦਾ ਉਹਨੂੰ ਜਾਂਦਾ ਤਾਂ ਦੂਜਾ ਅੱਧ ਸਾਰੇ ਨਿਆਣਿਆਂ ਨੂੰ ਬਰਾਬਰ ਉਹ ਇੰਟੈਸਟੇਸੀ ਰੂਲ ਦਾ ਨਾ ਬਣਾਇਆ ਹੋਵੇ ਜੇ ਵਸੀਅਤ ਨਹੀਂ ਬਣਾਈ ਹੋਵੇ। ਹਾਂਜੀ ਜੀ ਜੀ। ਸੋ ਮਾਨਕ ਸਾਹਿਬ ਜਿਹੜੀ ਇਹ ਵਸੀਅਤ ਦੀ ਗੱਲ ਆਪਾਂ ਕਰਦੇ ਆ ਇਹ ਜਿਹੜੀ ਇੰਡੀਆ ਦੇ ਵਿੱਚ ਪ੍ਰੋਪਰਟੀ ਆ ਉਹਦੇ ਲਈ ਵੀ ਇੱਥੇ ਹੀ ਵਸੀਅਤ ਬਣਾਈ ਜਾ ਸਕਦੀ ਜਾਂ ਉਹਦੇ ਲਈ ਇੰਡੀਆ ਜਾਣਾ ਪੈਂਦਾ? ਜਾਂ ਇੰਡੀਆ ਜਾ ਰਹੇ ਆ ਉੱਥੋਂ ਬਣਾਉਣ ਨੂੰ ਸੌਖਾ ਕਰਕੇ ਇੱਥੇ ਥੋੜ੍ਹਾ ਚੱਕਰ ਪੈ ਜਾਂਦਾ ਕਰਕੇ ਇੱਥੇ ਵੱਖਰੀ ਬਣਾਉਣੀ ਪੈਂਦੀ ਹੈ। ਉਹਦੇ ਵਿੱਚ ਲਿਖਿਆ ਜਾਂਦਾ ਇਕੱਲੀ ਇੰਡੀਆ ਦੀ ਆ। ਫਿਰ ਹਾਈ ਕਮਿਸ਼ਨ ਦੀ ਮੋਹਰ ਲਾਉਣੀ ਪੈਂਦੀ ਉੱਥੇ ਪਹਿਲਾਂ ਲੈ ਕੇ ਜਾਣ ਤੋਂ ਜੀ ਜੀ। ਤਾਂ ਜਾਂ ਤੁਸੀਂ ਇੰਦਾ ਕਰ ਲਿਆ ਤਾਂ ਫਿਰ ਕੱਲ੍ਹ ਨੂੰ ਜਾਂ ਮੋਹਲੇ ਸਾਲ ਜਾਂ ਹੋਰ ਕੁਛ ਤੁਹਾਡਾ ਇਰਾਦਾ ਹੋਵੇ ਚੇਂਜ ਕਰਨ ਨੂੰ ਅਗੇਨ ਉਹੀ ਚੱਕਰ 'ਚ ਫੇਰ ਪੈਣਾ ਪੈਂਦਾ। ਜਾਂ ਮੌਕਾ ਮਿਲਿਆ ਜਾਣ ਨੂੰ ਇੰਡੀਆ 'ਚ ਉੱਥੇ ਬਣਾ ਕੇ ਕੋਲ ਰੱਖ ਲਓ ਉੱਧਰ ਬਣਾ ਲਿਆ ਫਿਰ ਜਿਹੜਾ ਉਹ ਨੱਠ ਭੱਜ ਜਾਂ ਇੰਨੀ ਨਹੀਂ ਹੁੰਦੀ ਜੀ। ਮੈਂ ਜਦੋਂ ਅਨਾਊਂਸ ਕੀਤਾ ਸੀਗਾ ਤੇ ਇੱਕ ਸਾਡੇ ਕਿਸੇ ਵੀਰ ਦਾ ਫੋਨ ਆਇਆ ਸੀਗਾ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਕਿ ਇੱਥੇ ਦੀ ਬਣਾਈ ਹੋਈ ਵਸੀਅਤ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਇੱਥੇ ਤੇ ਉਹਨਾਂ ਦਾ ਬੈਂਕ ਅਕਾਊਂਟ ਹੈ ਇੰਡੀਆ ਦੇ ਵਿੱਚ ਤੇ ਬੈਂਕ ਦੇ ਵਿੱਚ ਅਕਾਊਂਟ ਦੇ ਵਿੱਚ ਕੁਝ ਪੈਸੇ ਪਏ ਆ ਲੇਕਿਨ ਉਹਨਾਂ ਦੀ ਮਦਰ ਨੇ ਵਸੀਅਤ ਬਣਾਈ ਹੋਈ ਹੈ ਉਹਨਾਂ ਦੇ ਨਾਂ ਦੀ ਇੱਥੇ ਬਣਾਈ ਹੋਈ ਆ ਉਹ ਵਸੀਅਤ ਹੁਣ ਚੱਲ ਜਾਵੇਗੀ ਉੱਥੇ ਕਿ ਨਹੀਂ? ਜਾਂ ਅਸਲੀ ਹੋਵੇ ਹੈ ਨਾ ਵੀ ਉੱਥੇ ਇੱਥੋਂ ਇੰਡੀਅਨ ਹਾਈ ਕਮਿਸ਼ਨ ਦੀ ਮੋਹਰ ਲਵਾ ਕੇ ਉਹ ਲੈ ਕੇ ਜਾ ਸਕਦੇ ਤਾਂ ਉੱਥੇ ਚੱਲਦੀ ਆ ਜੀ ਜੀ। ਜਿੰਦਾ ਹੁਣ ਇੱਥੇ ਵੀ ਤੁਹਾਡੇ ਕੋਲ ਜਾਂ ਜ਼ਮੀਨਦਾਰ ਹੋਵੇ ਫਿਰ ਇੱਥੇ ਦੀ ਬਣਾਈ ਹੋ ਫਿਰ ਅਸਲੀ ਇੱਥੇ ਦਖਲ ਕਰਨੀ ਪੈਂਦੀ ਆ। ਫਿਰ ਇੰਡੀਆ ਵਾਲੇ ਪੁੱਛਦੇ ਹੁੰਦੇ ਆ ਅਸੀਂ ਅਸਲੀ ਦੇਖਣੀ ਆ ਫਿਰ ਆ ਇਹਨਾਂ ਸਲਾਹ ਹੁੰਦੀ ਆ 2 ਬਣਾ ਲਿਓ ਇੱਕ ਇਕੱਲੀ ਇੰਡੀਆ ਦੀ ਇੱਕ ਇੱਥੇ ਦੀ ਰਲਦੀਆਂ ਹੋਵੇ ਇੱਕ ਹੀ ਚੀਜ਼ ਕਹਿੰਦੀ ਹੋਵੇ ਵਿੱਚ ਬਟ ਫਿਰ ਵੀ 2 ਹੋਵੇ ਫਿਰ ਜਿਹੜੀ 2 ਅਸਲੀਆਂ ਹੋ ਗਈਆਂ ਇੱਕ ਇੰਡੀਆ ਦੀ ਆ ਇੱਕ ਹੋਰ ਸਭ ਕੁਛ ਜਿੱਤੇ ਹੋਰ ਹੋਊਗਾ। ਮਾਨ ਸਾਹਿਬ ਮੈਂ ਜਦੋਂ ਕਈ ਵਾਰੀ ਬਜ਼ੁਰਗਾਂ ਨਾਲ ਜ਼ਿਕਰ ਕਰਦੇ ਕਿਸੇ ਨਾਲ ਕਿ ਵਸੀਅਤ ਜਿਸ ਤਰ੍ਹਾਂ ਐਡ ਵੀਡੀਓ ਆਪਣੀ ਚੱਲਦੀ ਹੈ ਕਿ ਵਸੀਅਤ ਨਾ ਬਣਾਈ ਤਾਂ ਕੀ ਨੁਕਸਾਨ ਹੋ ਸਕਦਾ ਤੇ ਕਈ ਵਾਰੀ ਜਦੋਂ ਬੱਚੇ ਆਪਣੇ ਬਜ਼ੁਰਗਾਂ ਨੂੰ ਕਹਿੰਦੇ ਕਿ ਆਪਾਂ ਵਿਲ ਬਣਾ ਲਈਏ ਵਸੀਅਤ ਬਣਾ ਲਈਏ ਤੇ ਬਜ਼ੁਰਗਾਂ ਨੂੰ ਇੱਦਾਂ ਮਹਿਸੂਸ ਹੋਣ ਲੱਗ ਪੈਂਦਾ ਵੀ ਇਹਨਾਂ ਨੂੰ ਲੱਗਦਾ ਕਿ ਸਾਡਾ ਹੁਣ ਜਾਣ ਦਾ ਟਾਈਮ ਆ ਗਿਆ। ਗੱਲ ਸਹੀ ਆ। ਇਹ ਕਹਿੰਦੇ ਪੁਰਾਣੀ ਸੋਚ ਹੈ ਨਾ। ਹੁਣ ਅੱਜ ਕੱਲ੍ਹ ਜਿੰਨਾ ਆਮ ਲੋਕਾਂ ਕੋਲ ਪ੍ਰੋਪਰਟੀ ਚੀਜ਼ਾਂ ਇਹ ਅੱਗੇ ਜਿੰਨਾ ਫੈਮਿਲੀ ਡਿਸੀਜ਼ਨ ਹੁੰਦਾ ਸੀ ਹੁਣ ਥੋੜ੍ਹਾ
ਜਿੱਦਾਂ ਇਕਨੋਮਿਕਲ ਬਿਜ਼ਨਸ ਡਿਸੀਜਨ ਹੋ ਜਾਂਦਾ ਕਰਕੇ ਟੈਕਸ ਦਾ ਵੀ ਚੱਕਰ ਪੈਂਦਾ ਜੀ, ਤਾਂ ਨਿਆਣੇ ਸਹੀ ਤਰੀਕੇ ਨਾਲ ਨਹੀਂ ਪੁੱਛਦੇ ਕਰਕੇ ਫਿਰ ਸੋਚਦੇ ਆ ਮਾਂ ਪਿਓ ਨੂੰ ਇਹਨਾਂ ਸ਼ੱਕ ਪੈ ਜਾਵੇ ਅਸੀਂ ਇਹਦੀ ਤਿਆਰੀ ਕਰ ਰਹੇ ਹਾਂ ਹੈ ਨਾ। ਬਟ ਸੈਂਸਿਬਲ ਡਿਸੀਜਨ ਆ ਕਰਕੇ ਉਹ ਚੀਜ਼ ਤਾਂ ਹੋਣੀ ਆ ਜੀ, ਜਦ ਤੁਸੀਂ ਪ੍ਰਪੇਅਰ ਕਰਕੇ ਸਭ ਕੁਛ ਲਿਖਿਆ ਜਾਂਦਾ। ਹੁਣ ਫੋਰ ਐਗਜ਼ਾਮਪਲ ਰੱਖ ਲਾ ਜਾਂ ਨਾ ਬਣਾਈਓ ਹੋਵੇ ਤਾਂ ਮਕਾਨ ਕਹਿ ਹਸਬੈਂਡ ਦੇ ਨਾਂ ਹੋਵੇ ਤਾਂ ਮਕਾਨ ਕਹਿ 1 ਲੱਖ ਦਾ ਉਹ ਸੌਰੀ 5 ਲੱਖ ਦਾ ਹੋਵੇ ਤਾਂ ਫਿਰ ਜੇ ਜਾਂ ਫਿਰ ਬੰਦਾ ਪੂਰਾ ਹੋ ਜਾਵੇ ਤਾਂ ਵਸੀਅਤ ਨਾ ਬਣਾਈਓ ਹੋਵੇ 2.5 ਲੱਖ ਅੱਧ ਤਾਂ ਫਿਰ ਜਾਣਾ ਵਾਈਫ ਨੂੰ ਇੰਟੈਸਟੇਸੀ ਰੂਟ। ਜਿਹੜਾ ਦੂਜਾ 2.5 ਲੱਖ ਆ ਅੱਧ ਜਾਊਗਾ ਵਾਈਫ ਨੂੰ ਹੈ ਨਾ। ਫਿਰ ਜਿਹੜਾ ਦੂਜਾ ਅੱਧ ਆ 1.5 ਲੱਖ ਰਹਿ ਗਿਆ ਉਹ ਨਿਆਣਿਆਂ ਨੂੰ। ਜਾਂ ਕੋਈ ਨਿਆਣਾ ਵਿਗੜਿਆ ਹੋਵੇ ਉਹ ਕਹੂਗਾ ਕਹਿ ਸਕਦਾ ਮਾਂ ਨੂੰ ਮੈਂ ਆਪਣਾ ਹਿੱਸਾ ਹੁਣ ਲੈਣਾ ਤੇ ਮਾਂ ਨੂੰ ਉਹ 1.5 ਲੱਖ ਲੱਭਣਾ ਪੈਣਾ ਉਹ ਹਿੱਸਾ ਉਹਦੇ ਚੋਂ ਲੱਭਣਾ ਪੈਣਾ ਦੇਣ ਨੂੰ। ਕਿੰਨਾ ਔਖਾ ਹੈ। ਜਦ ਵਸੀਅਤ ਬਣਾਈ ਹੋਵੇ ਕਿ ਇਹਨੂੰ ਸਭ ਕੁਝ ਇੱਕ ਦੂਜੇ ਨੂੰ ਇਹ ਚੱਕਰ ਪੈਂਦਾ ਨਹੀਂ। ਜੀ 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 ਕਿ ਮੇਰੇ ਤੋਂ ਬਾਅਦ ਵਿੱਚ ਮੇਰੇ ਲਾਈਫ ਪਾਰਟਨਰ ਨੂੰ ਸਾਰਾ ਦਾ ਸਾਰਾ ਜਾਵੇ। ਫਿਰ ਦੋ ਹੀ ਜਾਣੇ ਜਾਂ ਨਾ ਹੋਵੇ ਫੇਰ ਜਿੰਦਾ ਬੰਦ ਪਾਉਣੀ ਹੈ ਪਾ ਸਕਦੇ ਹਾਂ। ਸੋ ਦੋਸਤੋ ਗੱਲਬਾਤ ਚੱਲ ਰਹੀ ਹੈ ਕੁਲਵੰਤ ਮਾਨਕ ਜੀ ਉਹਨਾਂ ਦੇ ਨਾਲ। ਗੱਲ ਵਸੀਅਤ ਦੀ ਹੈ। ਕਈ ਵਾਰੀ ਅਸੀਂ ਡਰਦੇ ਰਹਿੰਦੇ ਜੱਕਦੇ ਰਹਿੰਦੇ ਕਿ ਪੇਪਰ ਵਰਕ ਜਿਹੜਾ ਆ ਉਹ ਪੂਰਾ ਨਹੀਂ ਕਰਦੇ ਤੇ ਬਾਅਦ ਵਿੱਚ ਸਾਡੇ ਜਾਣ ਤੋਂ ਬਾਅਦ ਵਿੱਚ ਕਈ ਵਾਰੀ ਇੱਦਾਂ ਵੀ ਮਾਨਕ ਸਾਹਿਬ ਹੋ ਜਾਂਦੀ ਹੈ ਕੋਈ ਬੱਚਾ ਮਾਪਿਆਂ ਦੇ ਨਾਲ ਰਹਿੰਦਾ ਉਹਨੇ ਨਾਲ ਰਹਿ ਕੇ ਸਾਰਾ ਕੁਛ ਬਣਾਇਆ ਤੇ ਇੱਕ ਕੋਈ ਵੀ ਬੱਚਾ ਰੱਬ ਕਰੇ ਦਾ ਹੋਵੇ ਨਾ ਕਿਸੇ ਦੇ ਤੇ ਬੱਚਾ ਉਹ ਬਾਹਰ ਰਹਿੰਦਾ ਮਾਂ ਬਾਪ ਦੇ ਕਹਿਣੇ 'ਚ ਵੀ ਨਹੀਂ ਆ ਕੰਮ ਵੀ ਨਹੀਂ ਕੀਤਾ ਉਹਦਾ ਕੋਈ ਯੋਗਦਾਨ ਵੀ ਨਹੀਂ ਆ ਉਹਨੇ ਕੋਈ ਐਫਰਟ ਵੀ ਨਹੀਂ ਕੀਤੇ ਪ੍ਰਾਪਰਟੀ ਬਣਾਉਣ ਲਈ ਲੇਕਿਨ ਮਾਂ ਬਾਪ ਵੱਲੋਂ ਜੇ ਵਸੀਅਤ ਨਹੀਂ ਬਣਾਈ ਤਾਂ ਉਹ ਵੀ ਬਰਾਬਰ ਦਾ ਹਿੱਸੇਦਾਰ ਹੋ ਗਿਆ। ਬਰਾਬਰ ਹਿੱਸਾ ਤਾਂ ਲਿਖਣਾ ਵੀ ਹੋਵੇ ਉਸ ਨਿਆਣੇ ਨੂੰ ਦੇਣਾ ਵੀ ਹੋਵੇ ਥੋੜ੍ਹਾ ਘੱਟ ਦੇ ਦਿਓ ਬਸ ਲਿਖਿਆ ਹੋਵੇ ਫਿਰ ਉਹਨੂੰ ਵੀ ਪਤਾ ਲੱਗ ਜਾਣਾ ਮੇਰੇ ਭਰਾ ਭੈਣ ਜਾਰੀ ਸੇਵਾ ਕੀਤੀ ਸੀ ਤਾਂ ਉਹਨੂੰ ਜ਼ਿਆਦਾ ਹਿੱਸਾ ਮਿਲਿਆ ਕਰਕੇ ਮੈਂ ਨਹੀਂ ਕੀਤੀ ਹੋਊਗੀ ਮੈਨੂੰ ਘੱਟ ਮਿਲਿਆ। ਜੀ ਜੀ ਉਹ ਵੀ ਲਿਖਿਆ ਜਾਂਦਾ ਵਿੱਚ ਥੋੜ੍ਹੀ ਸਟੇਟਮੈਂਟ ਹੋ ਜਾਂਦੀ ਆ। ਸੋ ਇੱਕ ਸਵਾਲ ਹੋਰ ਆਇਆ ਸੀਗਾ ਜੀ ਕਿ ਜੇ ਵਸੀਅਤ ਜਦੋਂ ਬਣਾਈ ਜਾਂਦੀ ਆ ਤੇ ਉਹ ਸੇਫ ਜਗ੍ਹਾ ਕਿੱਥੇ ਰੱਖੀ ਜਾ ਸਕਦੀ ਹੈ? ਕੀ ਉਹ ਜਿਹੜਾ ਵਕੀਲ ਦੇ ਕੋਲੋਂ ਬਣਾਉਂਦੇ ਆ ਜਾਂ ਤੁਹਾਡੇ ਕੋਲੋਂ ਬਣਾਉਂਦੇ ਜਾਂ ਉਹਨਾਂ ਕੋਲ ਰੱਖੀ ਜਾ ਸਕਦੀ ਆ ਜਾਂ ਬੱਚਿਆਂ ਨੂੰ ਦੇ ਦਿੱਤੀ ਜਾਵੇ ਜਾਂ ਕੀ ਕੀਤਾ ਜਾਵੇ? ਨਹੀਂ ਜਿਹੜੀ ਵਸੀਅਤ ਹੁੰਦੀ ਹੈ ਨਾ ਜਿਹੜੀ ਅਸਲੀ ਹੁੰਦੀ ਉਹਦੀ ਕੀਮਤ ਹੁੰਦੀ ਹੈ। ਜਿਹੜੀ ਕੋਈ ਜਿੰਨੀਆਂ ਮਰਜ਼ੀ ਕਾਪੀਆਂ ਕਰ ਲਓ ਉਹਨਾਂ ਦੀ ਕੋਈ ਕੀਮਤ ਨਹੀਂ ਹੈਗੀ। ਅਗੇਨ ਸੋ ਵਕੀਲ ਕੋਲ ਵੀ ਰੱਖ ਸਕਦੇ ਹੋ ਸਟੋਰੇਜ ਦੇ ਵਿੱਚ ਰੱਖ ਰਹੇ ਆ ਬੈਂਕਾਂ ਦੇ ਵਿੱਚ ਵੀ ਰੱਖ ਸਕਦੇ ਪਰ ਅੱਜ ਕੱਲ੍ਹ ਉਹ ਸਟੋਰੇਜ ਬਾਕਸ ਬੰਦ ਕਰੀ ਜਾਂਦੇ ਆ ਤਾਂ ਉੱਥੇ ਵੀ ਮੌਕਾ ਬੜਾ ਰੱਖਣੀ ਹੋਵੇ ਸੇਫ ਥਾਂ 'ਚ ਰੱਖੀਏ ਜਿੱਥੇ ਜਿੰਦਾ ਚੋਰੀ ਨਾ ਹੋਵੇ ਤਾਂ ਕੋਈ ਬਿਰਿੰਦਾ ਨਾ ਹੋਵੇ ਕਿ ਅੱਗ ਨਾ ਲੱਗ ਜਾਵੇ ਜਾਂ ਕੁਛ ਗਮ ਹੋ ਜਾਵੇ ਕਰਕੇ ਜਾਂ ਅਸਲੀ ਹੈ ਨਹੀਂ ਫਿਰ ਇੰਦਾ ਹੀ ਸਮਝਦੇ ਵਸੀਅਤ ਹੈ ਨਹੀਂ ਜਿੰਨੀਆਂ ਮਰਜ਼ੀ ਕਾਪੀਆਂ ਹੋਵੇ। ਅੱਛਾ ਜੀ ਜੀ ਅਸਲੀ ਚੱਲਦੀ ਆ ਕਰਕੇ ਪਤਾ ਨਹੀਂ ਹੁੰਦਾ ਕਾਨੂੰਨੀ ਤੌਰ 'ਤੇ ਉਹ ਕਹਿ ਰਹੇ ਆ ਪਤਾ ਨਹੀਂ ਆ ਜਾਂ ਅਸਲੀ ਨਹੀਂ ਹੈਗੀ ਸ਼ਾਇਦ ਉਹਨੇ ਹੋਰ ਬਣਾਈ ਹੋਊਗੀ ਸ਼ਾਇਦ ਉਹਨੇ ਪਾੜਤੀ ਹੋਊਗੀ ਸੋ ਫਿਰ ਅਸਲੀ ਚੱਲਦੀ ਹੁੰਦੀ। ਤੁਹਾਡੇ ਕਹਿਣ ਦੇ ਹਿਸਾਬ ਨਾਲ ਕਿ ਜਦੋਂ ਵਸੀਅਤ ਬਣਾ ਲਈ ਜਾਵੇ ਤੇ ਉਦੋਂ ਬੱਚਿਆਂ ਨੂੰ ਦੱਸ ਦਿੱਤਾ ਜਾਵੇ ਕਿ ਇੱਕ ਮੈਂ ਵਸੀਅਤ ਬਣਾਈ ਹੈ ਉਹ ਇੱਥੇ ਪਈ ਹੈ ਜਾਂ ਉਹਦਾ ਕੀ ਆਈ ਥਿੰਕ ਜ਼ਰੂਰ ਦੱਸਣਾ ਚਾਹੀਦਾ ਬਣਾਈਓ ਜਿਹੜਾ ਵਿੱਚ ਲਿਖਿਆ ਹੋਵੇ ਉਹ ਬਿਲਕੁਲ ਮਾਂ ਪਿਓ ਦੀ ਮਰਜ਼ੀ ਆ ਜਾਂ ਉਹਨੀ ਸਲਾਹ ਸਾਂਝੀ ਕਰਨੀ ਹੋਵੇ ਨਿਆਣੇ ਨਾਲ ਬਸ ਦੱਸਿਓ ਹੋਵੇ ਬਣਾਈਓ ਆ ਇੱਥੇ ਪਈ ਆ ਜਾਂ ਕੋਈ ਖਾਸ ਰਿਸ਼ਤੇਦਾਰ ਨੂੰ ਦੱਸ ਰੁਪਏ ਜੀ ਬਣਾ ਲਈ ਇਹ ਜੀ ਇੱਥੇ ਰੱਖਿਓ ਆ ਜੋ ਖਾਸ ਰਸਤੇ ਨੂੰ ਰਾਤ ਨੂੰ ਫੜਾ ਦਈਏ ਜਾਂ ਹੋਰ ਕੁਛ ਪਰ ਕਿਸੇ ਨੂੰ ਦੱਸਿਆ ਹੋਵੇ ਕਰਕੇ ਜਾਂ ਕਿਸੇ ਨੂੰ ਪਤਾ ਹੀ ਨਹੀਂ। ਜੀ ਮੈਂ ਬਿਲਕੁਲ ਮੈਂ ਮਾਨ ਸਾਹਿਬ ਕਾਫੀ ਦੇਰ ਪੁਰਾਣੀ ਗੱਲ ਹੈ ਕਿ ਇੱਕ ਬੈਂਕ ਮੈਨੇਜਰ ਜਾਣਦੇ ਸੀ ਕਿ ਮੈਂ ਆਪਣੇ ਪੰਜਾਬ ਗਿਆ ਹੋਇਆ ਸੀਗਾ ਏਦਾਂ ਹੀ ਗੱਲ ਚੱਲ ਪਈ ਵਸੀਅਤ ਦੀ ਉਹਨੇ ਜ਼ਿਕਰ ਕੀਤਾ ਉਹ ਬੈਂਕ ਮੈਨੇਜਰ ਸੀਗਾ ਕਹਿੰਦਾ ਇੰਗਲੈਂਡ ਤੋਂ ਖਾਸ ਕਰਕੇ ਬਹੁਤ ਸਾਰੇ ਐਸੇ ਲੋਕ ਆ ਜਿਨ੍ਹਾਂ ਨੇ ਪੈਸੇ ਰੱਖੇ ਹੋਏ ਆ ਬੈਂਕਾਂ ਦੇ ਵਿੱਚ ਲੇਕਿਨ ਉਹਨਾਂ ਦੇ ਬੱਚਿਆਂ ਨੂੰ ਨਹੀਂ ਪਤਾ ਉੱਥੇ ਪੈਸੇ ਬੈਂਕਾਂ 'ਚ ਰੱਖੇ ਹੋਏ ਆ ਤੇ ਉਹ ਬੱਚਿਆਂ ਨੂੰ ਪਤਾ ਨਹੀਂ ਹੈ ਤੇ ਜੇ ਉਹਨਾਂ ਦੀ ਡੈਥ ਇੱਥੇ ਹੋ ਗਈ ਤਾਂ ਬੱਚੇ ਨੂੰ ਜੇ ਪਤਾ ਹੀ ਨਹੀਂ ਉੱਥੇ ਉਹਨਾਂ ਦੇ ਪੈਸੇ ਪਏ ਤਾਂ ਉਹਨਾਂ ਨੇ ਜਾਣਾ ਵੀ ਨਹੀਂ। ਗੱਲ ਸਹੀ ਹੈ ਬਿਲਕੁਲ ਤੇ ਹੋ ਸਕਦਾ ਉਹਨਾਂ ਆਪਣੇ ਰਿਸ਼ਤੇਦਾਰਾਂ ਨੂੰ ਕਾਪੀਆਂ ਵਗੈਰਾ ਫੜਾਈਆਂ ਹੁੰਦੀਆਂ ਸੀ ਕਿ ਇੱਦਾਂ ਦੇ ਹੁੰਦੇ ਤੇ ਉਹਨੇ ਦੱਸਿਆ ਕਿ ਕਾਫੀ ਸਾਰਾ ਪੈਸਾ ਹੈ ਜਿਹੜਾ ਕਿਸੇ ਨੇ ਆ ਕੇ ਕਲੇਮ ਨਹੀਂ ਕੀਤਾ। ਤੇ ਇਹ ਇੱਥੇ ਵੀ ਹੁੰਦਾ ਆ ਇੱਥੇ ਵੀ ਬੈਂਕ ਅਕਾਊਂਟ ਆਮ ਖੋਲੀਆਂ ਹੋਵੇ ਨਾ ਤਾਂ ਪਤਾ ਨਹੀਂ ਹੋਵੇ ਗਵਰਨਮੈਂਟ ਕੀ ਕਰਦੀ ਆ ਇੱਥੇ ਵੀ ਜਾਂ ਮੈਨੂੰ ਹੁਣ ਪਤਾ ਨਹੀਂ 3 ਜਾਂ 5 ਸਾਲ ਕਿਸੇ ਨਾ ਅਕਾਊਂਟ ਨਾਲ ਕੋਈ ਦਖਲ ਕੀਤਾ ਇਹ ਫਿਰ ਬੈਂਕਾਂ ਦਾ ਗਵਰਨਮੈਂਟ ਦਾ ਐਗਰੀਮੈਂਟ ਆ ਬੈਂਕ ਨੂੰ ਗਵਰਨਮੈਂਟ ਨੂੰ ਉਹ ਪੈਸਾ ਦੇਣਾ ਪੈਂਦਾ
ਉਹਨੂੰ ਕਹਿੰਦੇ ਨੇ ਡੋਰਮੈਂਟ ਅਕਾਊਂਟ। ਆਮ ਸਾਰੀ ਬੈਂਕਾਂ ਕੋ ਉਹ ਡਿਪਾਰਟਮੈਂਟ ਹੈਗੀ ਆ, ਤਾਂ ਫਿਰ ਉਹ ਬੈਂਕ ਗਵਰਨਮੈਂਟ ਕੋ ਜਮ੍ਹਾਂ ਕਰ ਦਿੰਦੀ ਆ। ਅੱਛਾ ਜੀ। ਤਾਂ ਫਿਰ ਕੱਲ੍ਹ ਨੂੰ ਜਾਂ ਕੋਈ ਆ ਕੇ 5 6 10 ਸਾਲ ਮਗਰੋਂ ਪੁੱਛੇ, ਫਿਰ ਬੈਂਕ ਤਾਂ ਨਹੀਂ, ਫਿਰ ਬੈਂਕ ਨੂੰ ਮੁੜ ਕੇ ਗਵਰਨਮੈਂਟ ਤੋਂ ਲੈ ਲੈਣੇ ਆ, ਪਰ ਬੈਂਕ ਵੀ ਨਹੀਂ ਰੱਖ ਸਕਦੀ, ਗਵਰਨਮੈਂਟ ਕੋ ਜਮ੍ਹਾਂ ਕਰ ਦਿੰਦੀ ਆ। ਤਾਂ ਕੋਈ ਹੁੰਦੇ ਆ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਉਹ ਗਵਰਨਮੈਂਟ ਕੋ ਰਹਿੰਦਾ। ਥੋੜ੍ਹੇ ਦਿਨ ਪਹਿਲਾਂ ਮੈਂ ਜੀ ਇੱਥੇ ਆਪਣੇ ਇਹ ਜਿਹੜਾ ਕਮਿਊਨਿਟੀ ਲਾਈਵ ਜਾਂ ਇਵਨਿੰਗ ਟੈਲੀਗ੍ਰਾਫ ਦੇ ਵਿੱਚ ਇੱਕ ਖਬਰ ਆਈ ਸੀ, ਨਿਊਜ਼ ਆਪਾਂ ਸਾਂਝੀ ਕੀਤੀ ਸੀ। ਉਹਦੇ ਵਿੱਚ ਇੱਕ ਆਪਣੀ ਔਰਤ ਸਵਰਨ ਕੌਰ ਜਿਹਦੀ ਡੈਥ ਹੋ ਗਈ ਸੀਗੀ, ਲੇਕਿਨ ਉਹਦਾ ਹੁਣ ਇਹਨਾਂ ਨੇ 78 ਲੋਕਾਂ ਦਾ ਨਾਂ ਦੱਸੇ ਸੀ ਵੱਖਰੀ ਵੱਖਰੀ ਕੰਟਰੀ ਤੋਂ, ਜਿਨ੍ਹਾਂ ਦੀ ਮੌਤ ਇੱਥੇ ਹੋਈ ਕੋਵੈਂਟਰੀ ਵਿੱਚ, ਜਿਨ੍ਹਾਂ ਦੀ ਪ੍ਰੋਪਰਟੀ ਹੈ, ਜਿਨ੍ਹਾਂ ਦੇ ਕੋਲ ਬੈਂਕ ਅਕਾਊਂਟ ਵੀ ਹੈ, ਜਿਨ੍ਹਾਂ ਦੇ ਕੋਲ ਉਸ ਵੇਲੇ ਜੋ ਵੀ ਥੋੜ੍ਹਾ ਬਹੁਤਾ ਸਮਾਨ ਸੀਗਾ, ਉਹ ਕਿਸੇ ਨੇ ਕਲੇਮ ਨਹੀਂ ਕੀਤਾ। ਹੁਣ ਹੋ ਸਕਦਾ ਕਿ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਹੀ ਨਾ ਹੋਵੇ। ਗੱਲ ਆਹ ਹੈ, ਜਦੋਂ ਨਾ ਟੈਲੀਵਿਜ਼ਨ 'ਤੇ ਵੀ ਪ੍ਰੋਗਰਾਮ ਆਉਂਦੇ ਹੁੰਦੇ ਆ ਨਾ, ਜਿਹੜੇ ਜਿੰਦਾ ਇਨਹੈਰੀਟੈਂਸ ਫਾਈਂਡਰ ਜਿਹੜੇ ਪ੍ਰੋਗਰਾਮ ਹੁੰਦੇ ਆ, ਜਿਹੜੇ ਹੈ ਨਾ ਉਹ ਲੋਕਾਂ ਦੇ ਰਿਸ਼ਤੇਦਾਰ ਲੱਭ ਰਹੇ ਆ। ਤਾਂ ਜਿਹੜੀ ਇੰਟੈਸਟਸੀ ਰੂਲ ਆ, ਆਹ ਜਿਹੜਾ ਭੁਲੇਖਾ ਇਹ ਲੋਕ ਸੋਚਦੇ ਗਵਰਨਮੈਂਟ ਲੈ ਜਾਂਦੀ, ਗਵਰਨਮੈਂਟ ਨਹੀਂ ਲੈਂਦੀ, ਗਵਰਨਮੈਂਟ ਤਾਂ ਟੈਕਸ ਹੀ ਲੈਂਦੀ ਆ। ਬਟ ਜਿਹੜਾ ਕੁਛ ਉਹ ਸਾਰੇ ਖਾਸ ਰਹਿ ਪਹਿਲਾਂ ਫਿਰ ਹੁੰਦਾ ਆ ਮਾਪੇ, ਜਾਂ ਮਾਪੇ ਨਾ ਹੋਵੇ ਫਿਰ ਨਿਆਣੇ ਨਾ ਹੋਵੇ, ਨਿਆਣਿਆਂ ਦੇ ਨਿਆਣੇ, ਫਿਰ ਉਹਨਾਂ ਦੇ ਨਿਆਣੇ, ਫਿਰ ਕਜ਼ਨਸ, ਫਿਰ ਚਾਚੇ ਤਾਏ ਦੇ ਮੁੰਡੇ। ਲੈਣ ਤਾਂ ਬਹੁਤ ਲੰਮੀ ਆ ਇੰਟੈਸਟਸੀ ਰੂਲਸ ਤੇ। ਅੱਛਾ ਜੀ। ਤਾਂ ਫਿਰ ਜਿਹੜੇ ਹੁਣ ਆਮ ਆ ਜਿਹੜੇ ਕੰਪਨੀਆਂ ਹੁੰਦੀਆਂ, ਪ੍ਰਾਈਵੇਟ ਇਨਵੈਸਟੀਗੇਟਰਸ ਹੋਵੇ ਨਾ, ਇਹ ਕੀ ਕਰਦੇ ਆ, ਇਹ ਪਤਾ ਕਰ ਲੈਂਦੇ ਆ ਪ੍ਰੋਬੇਟ ਤੋਂ, ਜਾਂ ਆਹ ਚੀਜ਼ ਹੋਈ ਉਹ, ਜਾਂ ਡੈਥ ਸਰਟੀਫਿਕੇਟ ਪਤਾ ਕਰ ਲੈਂਦੇ ਆ ਰਜਿਸਟਰੀ ਤੋਂ, ਸੌਰੀ। ਤਾਂ ਉਹਨਾਂ ਨੇ ਕਰ ਲੈਣਾ, ਇੱਕ ਉਹ ਇੰਨਾ ਹੈਗਾ ਸੀ, ਕਿਸੇ ਨੂੰ ਕਲੇਮ ਨਹੀਂ ਕੀਤਾ। ਫਿਰ ਨਹੀਂ ਉਹ ਆਪ ਉਹਨੀ ਉਹ ਜਿਹੜੀ ਲਾਈਨ ਹੈ, ਫੈਮਿਲੀ ਟਰੀ, ਉਹਨੇ ਆਪ ਇਨਵੈਸਟੀਗੇਟ ਕਰਕੇ ਉਹਨੇ ਫਿਰ ਰਿਸ਼ਤੇਦਾਰ ਲੱਭ ਲੈਣੇ ਆ। ਆਮ ਫਿਲਮਾਂ 'ਚ ਵੀ ਚਿੱਠੀਆਂ ਆਉਣੀਆਂ, ਆਸਟ੍ਰੇਲੀਆ ਤੁਹਾਡਾ ਆਹ ਰਿਸ਼ਤੇਦਾਰ ਸੀ ਫਲਾਨਾ, ਉਹ ਆਹ ਇੰਨਾ ਕੁਛ ਥੈਨ ਛੱਡ ਦਿੱਤਾ। ਤਾਂ ਫਿਰ ਉਹ ਜਿਹੜਾ ਕਮਿਸ਼ਨ ਲੈ ਲੈਂਦੇ ਆ, ਉਹ ਕਹਿ ਦਿੰਦੇ ਅਸੀਂ ਤੁਹਾਨੂੰ ਇੰਟਰੋਡਿਊਸ ਕਰ ਦਿੰਦੇ, ਅਸੀਂ ਤੁਹਾਨੂੰ ਦੱਸ ਦਿੰਦੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਬਟ ਸਾਨੂੰ ਇੰਨਾ ਪੈਸਾ ਚਾਹੀਦਾ। ਤੇ ਜਿਹੜੀ ਮਾਨ ਸਾਹਿਬ ਜਿਹੜੀ ਵਸੀਅਤ ਜਿਹੜੀ ਬਣਾਈ ਜਾਂਦੀ ਹੈ, ਜਦੋਂ ਇੱਕ ਵਾਰ ਵਸੀਅਤ ਬਣ ਗਈ ਹੈ, ਉਹਦੇ ਵਿੱਚ ਜੇ ਅਮੈਂਡ ਕਰਨੀ ਹੋਵੇ, ਚੇਂਜ ਕਰਨਾ ਹੋਵੇ ਕੁਛ, ਤੇ ਬਾਅਦ ਵਿੱਚ ਕੀਤਾ ਜਾ ਸਕਦਾ। ਜਿਹੜੀ ਵਸੀਅਤ ਹੈ ਨਾ, ਤੁਸੀਂ ਜਿੰਨੇ ਵਾਰੀ ਮਰਜ਼ੀ ਬਣਾਓ, ਹੈ ਨਾ, ਇਹਦਾ ਕਹਿੰਦੇ ਵੀ ਐਟਲੀਸਟ ਹਰੇਕ 5 ਸਾਲ ਮੁੜ ਕੇ ਦੇਖ ਲਓ, ਜਾਂ ਸਹੀ ਚੱਲਦੀ ਜਾਂ ਨਹੀਂ ਚੱਲਦੀ। ਆਮ ਮੈਂ ਹੁਣ ਪਿਛਲੇ ਕਿਸੇ ਦਾ ਬਣਾਇਆ ਸੀ, ਉਹਨੀ 15 ਸਾਲ ਪਿੱਛੇ ਹੋ ਗਏ ਬਣਾਏ ਨੂੰ, ਉਦੋਂ ਨਿਆਣੇ ਉਹਨਾਂ ਦੇ ਛੋਟੇ ਸੀ, ਉਦੋਂ ਉਹਨੀ ਜਿੰਦਾ ਭਰਾ ਭੈਣ ਬਣਾਇਆ ਸੀ ਟਰਸਟੀ ਤੇ ਗਾਰਡੀਅਨ। ਹੁਣ ਨਿਆਣੇ ਉਮਰ ਦੇ 25 ਦੇ ਹੋਏ ਉਹ। ਤਾਂ ਫਿਰ ਉਹ ਕਹਿੰਦੇ ਹੁਣ ਅਸੀਂ ਚੇਂਜ ਕਰਕੇ, ਹੁਣ ਅਸੀਂ ਜਿਹੜਾ ਸਾਡੇ ਭੈਣ ਭਰਾ ਦਾ ਅਸੀਂ ਨਾਂ ਲਿਖਾਇਆ ਸੀ, ਅਸੀਂ ਉਹ ਕੱਢ ਦੇਣਾ, ਅਸੀਂ ਨਿਆਣਿਆਂ ਨੂੰ ਵੀ ਟਰਸਟੀ ਬਣਾ ਦੇਣਾ, ਹੈ ਨਾ, ਕਰਕੇ ਚੀਜ਼ਾਂ ਸਰਕਮਸਟੈਂਸਿਸ ਚੇਂਜ ਹੋ ਜਾਂਦੇ। ਹਾਂਜੀ, ਕਿਉਂਕਿ ਹਾਲਾਤ ਜਦੋਂ ਬਦਲ ਜਾਂਦੇ ਆ। ਤੇ ਜਦੋਂ ਵਸੀਅਤ ਬਣਾਈ ਜਾਂਦੀ ਆ, ਉਹਦੇ ਵਿੱਚ ਕੱਲੀ ਪ੍ਰੋਪਰਟੀ ਦਾ ਜ਼ਿਕਰ ਕੀਤਾ ਜਾਂਦਾ ਕਿ ਮੇਰੇ ਕੋਲ ਜਿੱਦਾਂ ਘਰਾਂ ਦੇ ਨੰਬਰ ਜਾਂ ਇੱਕੋ ਹੀ ਹੁੰਦਾ, ਉਹਦੇ ਵਿੱਚ ਲਿਖਿਆ ਕਿ ਮੇਰੀ ਪ੍ਰੋਪਰਟੀ ਦਾ। ਆਮ ਵਸੀਅਤ ਤੁਸੀਂ ਕੱਲੀ ਪ੍ਰੋਪਰਟੀ ਵੰਡਣੀ ਆ, ਇੱਕ ਨੂੰ ਇੱਕ ਦੇਣੀ ਆ, ਦੂਜੇ ਨੂੰ ਫਿਰ ਲਿਖਾਉਣ ਨੂੰ ਫਾਇਦਾ ਆ। ਅਦਰਵਾਈਜ਼ ਜਿੰਦਾ ਇੱਕ ਕਲੋਜ਼, ਉਹਦੇ ਵਿੱਚ ਉਹਨੂੰ ਰੈਜ਼ੀਡਿਊ ਕਹਿੰਦੇ ਆ, ਉਹਦੇ ਵਿੱਚ ਸਭ ਕੁਛ ਆ ਜਾਂਦਾ। ਤਾਂ ਉਹਦੇ ਵਿੱਚ ਵੀ ਤੁਸੀਂ ਕਹਿ ਸਕਦੇ ਆ ਸਾਰਿਆਂ ਨੂੰ ਬਰੋਬਰ ਹਿੱਸਾ, ਜਾਂ ਉਹ ਵੀ ਤੁਸੀਂ ਫਿਰ ਜ਼ਿਆਦਾ ਡਿਵਾਈਡ ਕਰ ਸਕਦੇ ਆ, ਕਹਿ ਸਕਦੇ ਨਹੀਂ ਇਹਨੂੰ ਪਰਸੈਂਟੇਜ ਰੱਖ ਲਾ, 10 ਹਿੱਸੇ ਰੱਖਣੇ ਆ, ਇਹਨੂੰ 2 ਜਿੰਦਾ ਮਰਜ਼ੀ ਵੰਡ ਸਕਦੇ ਆ, ਫਿਰ ਉਹਦੇ ਵਿੱਚ ਸਭ ਕੁਛ ਆ ਜਾਂਦਾ। ਜਿਹੜੇ ਗਹਿਣੇ ਵਗੈਰਾ ਵੀ ਹੁੰਦਾ, ਸੋਨਾ ਵਗੈਰਾ ਵੀ, ਕਿਉਂਕਿ ਆਪਣੇ ਪਰਿਵਾਰਾਂ ਕੋਲ ਆਮ ਵੀ ਹੁੰਦਾ। ਗਹਿਣਾ ਦੀਆਂ ਚੀਜ਼ਾਂ ਹੁਣ ਆਮ ਲੋਕਾਂ ਨੂੰ ਮੈਂ ਆਹੀ ਸਲਾਹ ਦਿੰਦਾ ਹੁੰਦਾ, ਜਾਂ ਨਾ ਥੋੜਾ ਉੱਤੇ ਲਿਖਾ ਦੇਵੇ, ਸਟਿਕਰ ਲਾ ਦੇਵੇ ਕਿਹਨੂੰ ਦੇਣੇ ਕਿਹਨੂੰ ਨਹੀਂ ਦੇਣੇ, ਉਹ ਫਿਰ ਟਰਸਟੀ ਹੁੰਦਾ ਹੀ ਵੰਡ ਸਕਦੇ ਆ, ਜਾਂ ਨਹੀਂ ਫਿਰ ਟਰਸਟੀਆਂ ਦੀ ਮਰਜ਼ੀ ਆ। ਮੈਂ ਨਾਮ ਪਿੱਛੇ ਦਾ ਕੀਤਾ ਸੀ, ਤਾਂ ਇੱਕ ਬੜੀ ਕੋ ਗਹਿਣੇ ਸਿਖਾਵੀ, ਪਰ ਉਹ ਕਹਿੰਦੀ ਨਹੀਂ ਮੈਂ ਪੂਰਾ ਯਕੀਨ ਹੈ, ਮੈਂ ਆਪਣੀ ਕੁੜੀ ਨੂੰ ਦੱਸਿਆ ਆ, ਉਹ ਹੀ ਵੰਡੂਗੀ। ਤਾਂ ਇਹਦਾ ਕੁੜੀ ਨੂੰ ਵੀ ਨਹੀਂ ਦੇ ਰਹੀ ਸੀ, ਉਹ ਕਹਿੰਦੀ ਮੇਰੀ ਦੋਤੇ ਫਲਾਨਿਆਂ ਨੂੰ ਵੰਡੂਗੀ, ਜਾਨੀ 9 ਆਉਂਗੀਆਂ, ਕਹਿੰਦੀ ਇਹਦਾ ਮੈਂ ਦੱਸਿਆ, ਕਹਿੰਦੀ ਪੂਰਾ ਯਕੀਨ ਆ ਉਹ 'ਚ। ਇਹਦਾ ਵੀ ਲਿਖਾ ਦਿੰਦੇ ਆ, ਮੈਂ ਇਹ ਜ਼ਿੰਮੇਵਾਰੀ ਮੈਂ ਆਪਣੀ ਲੜਕੀ ਨੂੰ ਦੇ ਦਿੱਤੀ, ਜਾਂ ਲੜਕੀ ਨੂੰ ਦੇ ਦਿੱਤੀ, ਨੌਂ ਨੂੰ ਦੇ ਦਿੱਤੀ, ਤੇ ਉਹ ਵੰਡ ਦੂਗੀ। ਜੀ ਸੋ ਦੋਸਤੋ, ਗੱਲਬਾਤ ਚੱਲੀ ਆ ਕੁਲਵੰਤ ਮਾਨਕ ਜੀ ਹੋਰਾਂ ਦੇ ਨਾਲ। ਵਸੀਅਤ ਬਣਾਉਣ ਦੀ ਗੱਲ ਹੋ ਰਹੀ ਹੈ ਕਿ ਵਸੀਅਤ ਬਣਾਉਣ ਦੇ ਕੀ ਫਾਇਦੇ ਆ, ਨਾ ਬਣਾਉਣ ਦੇ ਕੀ ਨੁਕਸਾਨ ਆ। ਸਮਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿੱਚ ਆਪਾਂ ਗੱਲ ਕਰਾਂਗੇ ਕਿ ਟਰਸਟ
ਇੱਕ ਹੁੰਦਾ ਵਸੀਅਤ, ਇੱਕ ਹੁੰਦਾ ਟਰਸਟ ਬਣਾਇਆ ਜਾਂਦਾ। ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ। ਜੇਕਰ ਤੁਹਾਨੂੰ ਵੀ ਤੁਸੀਂ ਵੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ 02476681521 ਤੇ ਤੁਸੀਂ ਵੀ ਸਾਂਝ ਪਾ ਸਕਦੇ ਹੋ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਜੋਤ ਕੌਰ ਤੁਤਲਾ, ਮੈਂ ਸੁਣਦੀ ਆ ਰੇਡੀਓ 5 ਤੇ ਤੁਸੀਂ ਵੀ ਮਾਣੋ ਆਨੰਦ। ਜੀ ਹਾਂ ਦੋਸਤੋ, ਇਹ ਹੈ ਰੇਡੀਓ 5 ਦਰਿਆਵਾਂ ਦੀ ਆਵਾਜ਼। ਮੈਂ ਤੁਹਾਡਾ ਆਪਣਾ ਛਿੰਦਾ ਸੁਰੀਲਾ ਤੇ ਪ੍ਰੋਗਰਾਮ ਸੁਰੀਲਾ ਪੰਜਾਬ ਪੇਸ਼ ਕੀਤਾ ਜਾ ਰਿਹਾ। ਸੁਰੀਲਾ ਪੰਜਾਬ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਆਪਣੀ ਗੱਲਬਾਤ ਚੱਲ ਰਹੀ ਹੈ ਕੁਲਵੰਤ ਸਿੰਘ ਮਾਣਕ ਜੀ ਹੋਰਾਂ ਦੇ ਨਾਲ। ਕੋਵੈਂਟਰੀ ਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਜਾਣੇ ਪਹਿਚਾਣੇ ਨੇ ਜੀ, ਬੜੀ ਦੇਰ ਤੋਂ ਪੰਜਾਬੀਆਂ ਦੀ ਸੇਵਾ ਕਰਦੇ ਆ ਰਹੇ ਨੇ। ਸੋ ਜਿਸ ਤਰ੍ਹਾਂ ਪਹਿਲਾਂ ਬੜੀ ਜ਼ਰੂਰਤ ਹੁੰਦੀ ਸੀ ਕਿ ਕੋਈ ਇਹੋ ਜਿਹਾ ਪੜ੍ਹਿਆ ਲਿਖਿਆ ਬੱਚਾ ਹੋਵੇ ਜਿਹੜਾ ਪੰਜਾਬੀ ਵੀ ਚੰਗੀ ਤਰ੍ਹਾਂ ਬੋਲਦਾ ਹੋਵੇ, ਪੰਜਾਬੀ ਦੇ ਵਿੱਚ ਸਮਝਾ ਸਕਦਾ ਹੋਵੇ। ਸੋ ਕੁਲਵੰਤ ਸਿੰਘ ਮਾਣਕ ਜੀ ਹੋਰਾਂ ਨੇ ਕਾਫੀ ਦੇਰ ਤੋਂ ਇਹ ਸੇਵਾ ਆਰੰਭ ਕੀਤੀ ਹੋਈ ਹੈ ਜੀ। ਮਾਣਕ ਸਾਹਿਬ, ਸਵਾਲ 2 ਆਏ ਜੀ। ਇੱਕ ਤੇ ਕਹਿੰਦੇ ਕਿ ਕੁੰਡੀ ਖੋਲਣੀ ਹੈ ਕਿ ਟਰਸਟ ਐਕਚੁਅਲੀ ਹੁੰਦਾ ਕੀ ਹੈ, ਚੰਗੀ ਤਰ੍ਹਾਂ ਸਮਝਣਾ। ਤੇ ਦੂਸਰਾ ਸਵਾਲ ਹੈ, ਜੇਕਰ ਵਸੀਅਤ ਬਣੀ ਹੋਈ ਹੈ, ਬਾਪ ਨੇ ਵਸੀਅਤ ਆਪਣੇ ਲੜਕੇ ਦੇ ਨਾਮ ਕਰਵਾ ਦਿੱਤੀ ਹੈ, ਘਰ ਨਾਂ ਕਰਵਾ ਦਿੱਤਾ, ਲੇਕਿਨ ਬਾਅਦ ਵਿੱਚ ਉਸ ਲੜਕੇ ਦਾ ਡਿਵੋਰਸ ਹੋ ਗਿਆ, ਕੀ ਉਸ ਦੀ ਜਿਹੜੀ ਪਤਨੀ ਸੀ, ਸਾਬਕਾ ਪਤਨੀ, ਉਹ ਵੀ ਹੱਕਦਾਰ ਹੈ ਉਹਦੇ ਵਿੱਚ ਜਾਂ ਨਹੀਂ? ਪਹਿਲਾਂ ਜਿਹੜਾ ਮਗਰੋਂ ਕਿਹਾ ਉਹਦਾ ਸਵਾਲ ਆਇਆ, ਜਦ ਤੱਕ ਤੁਸੀਂ ਵਸੀਅਤ ਬਣਾਈ ਹੋ ਸੌਰੀ ਜਦ ਤੱਕ ਤੁਸੀਂ ਜੀਨੇ ਆ, ਉਹ ਵਸੀਅਤ ਦੀ ਕੋਈ ਅਸਰ ਨਹੀਂ ਹੈਗਾ। ਓਕੇ ਹਾਂ, ਜਾਂ ਇੱਕ ਵਾਰੀ ਬੰਦੇ ਪੂਰੇ ਹੋ ਜਾਂਦੇ ਆ ਤਾਂ ਫਿਰ ਨਿਆਣੇ ਦੇ ਨਾਂ ਚੜ੍ਹ ਜਾਂਦਾ, ਫਿਰ ਤਾਂ ਉਹਦੇ ਸਿਲਸਿਲੇ 'ਚ ਚੱਲ ਜਾਂਦੀ ਗੱਲ। ਵਾਈਫ ਦਾ ਕੀ ਆ, ਉਹਦਾ ਕੀ ਆ ਜੀ, ਉਹ ਫਿਰ ਫੈਮਿਲੀ ਲੋਕ ਖਾਣਾ ਡਿਕਟੇਟ ਕਰਦੀ ਹੈ ਕਿਹਨੂੰ ਹਿੱਸਾ ਮਿਲਦਾ, ਕਿਹਨੂੰ ਨਹੀਂ ਮਿਲਦਾ। ਇਹ ਵੀ ਭੁਲੇਖਾ ਆ ਜਿੰਦਾ ਆਟੋਮੈਟਿਕਲੀ ਵਾਈਫ ਨੂੰ ਜਾਂ ਹਸਬੈਂਡ ਨੂੰ ਚੱਲ ਜਾਂਦਾ। ਜਿਹੜਾ ਕੁਛ ਉਹਨੇ ਬਣਾਇਆ ਹੋਊਗਾ ਉਹ ਅੱਧ ਜ਼ਰੂਰ ਜਾਊਗਾ। ਜੀ ਜਿਹੜਾ ਕੁਛ ਸਾਨੂੰ ਬਾਹਰੋਂ ਮਿਲਿਆ ਹੋਊਗਾ ਉਹ ਡਾਇਰੈਕਟਲੀ ਨਹੀਂ ਅੱਧ ਜਾਂਦਾ। ਉਹ ਦੇਖਦੇ ਆ ਕੀ ਦੂਜੇ ਕੋਲ ਰਹਿ ਜਾਂਦਾ, ਉਹਨੂੰ ਜ਼ਿਆਦਾ ਮਿਲਣਾ ਚਾਹੀਦਾ ਹਿੱਸਾ ਕਰਕੇ, ਉਹਨੂੰ ਉੱਧਰੋਂ ਉਹਦੇ ਮਾਂ ਪਿਓ ਨੇ ਦਿੱਤਾ ਹੋਵੇ ਜਾਂ ਨਾ ਦਿੱਤਾ ਹੋਵੇ। ਅਗੇਨ ਉਹ ਫੈਮਿਲੀ ਲੋ ਦਾ ਚੱਕਰ ਆ, ਹੈ ਨਾ। ਬਟ ਜਦ ਤੱਕ ਤੁਸੀਂ ਜੀਨੇ ਆ, ਜਿਹੜਾ ਕੁਛ ਤੁਸੀਂ ਲਿਖਿਆ ਹੈ ਉਹਦਾ ਕੋਈ ਅਸਰ ਨਹੀਂ। ਤੁਸੀਂ ਪੁੱਛਿਆ ਸੀ ਨਾ, ਜਦ ਵਸੀਅਤ ਤੁਸੀਂ ਚੇਂਜ ਕਰ ਸਕਦੇ ਆ ਕਰਕੇ, ਤੁਸੀਂ ਜਿੰਨੇ ਮਰਜ਼ੀ ਵਾਰੀ ਤੁਸੀਂ ਚੇਂਜ ਕਰ ਸਕਦੇ ਆ, ਉਸ ਵਸੀਅਤ ਦਾ ਕੋਈ ਅਸਰ ਨਹੀਂ ਜਦ ਤੋਂ ਬੰਦਾ ਤੁਰ ਪਿਆ। ਜੀ ਤਾਂ ਉੱਥੇ ਹੀ ਫਿਰ ਟਰਸਟ ਦੀ ਗੱਲ ਆ ਜਾਂਦੀ ਆ। ਟਰਸਟ ਦਾ ਅਸਰ ਡਿਫਰੈਂਟ ਆ, ਉਹਦਾ ਡਿਫਰੈਂਟ ਆ ਕਰਕੇ ਇੱਕ ਵਾਰੀ ਤੁਸੀਂ ਟਰਸਟ ਬਣਾਤਾ, ਤੁਸੀਂ ਉਹਦੇ ਵਿੱਚ ਇੰਦਾ ਲਿਖਿਆ ਜਾਂਦਾ ਇਹ ਮਕਾਨ ਮੇਰਾ ਹੋਊਗਾ, ਸੌਰੀ ਮੇਰੇ ਨਾਂ ਹੋਊਗਾ, ਪਰ ਹੱਕਦਾਰ ਹੋਰ ਆ। ਪਰ ਇੱਕ ਵਾਰੀ ਤੁਸੀਂ ਉਹ ਬਣਾਤਾ, ਜਿਹੜਾ ਨਾਂ ਤੁਸੀਂ ਲਿਖਾਤਾ, ਜਿਹੜਾ ਹੱਕਦਾਰ ਆ ਉਹਦਾ ਹੀ ਹੋ ਗਿਆ। ਉਹਨੂੰ ਆਮਦਨ ਮਿਲਣੀ ਚਾਹੀਦੀ ਆ, ਉਹਨੂੰ ਟੈਕਸ ਦਿਖਾ ਲੈਣਾ ਚਾਹੀਦਾ, ਉਹ ਕੱਲ ਨੂੰ ਕਹਿ ਸਕਦਾ ਮੈਂ ਅੱਜ ਵੇਚਣਾ ਜੀ, ਤੁਸੀਂ ਰੋਕ ਨਹੀਂ ਸਕਦੇ। ਜਾਂ ਤੁਸੀਂ ਵਸੀਅਤ 'ਚ ਲਿਖਿਆ ਹੁੰਦਾ ਕੋਈ ਅਸਰ ਨਹੀਂ, ਉਹ ਜਿੰਨਾ ਮਰਜ਼ੀ ਕਹੇ ਮੇਰਾ ਤੁਸੀਂ ਲਿਖਾਤਾ ਮੈਨੂੰ ਦਿਓ, ਨਹੀਂ ਉਹਦਾ ਕੋਈ ਅਸਰ ਨਹੀਂ। ਪਰ ਜਿਹੜਾ ਟਰਸਟ ਆ, ਇੱਕ ਵਾਰੀ ਤੁਸੀਂ ਲਿਖਾਤਾ ਕਿਸੇ ਦੇ ਨਾਂ, ਉਹ ਉਹਦਾ ਹੋ ਗਿਆ। ਆਮ ਜਿਹੜੀ ਪ੍ਰਾਪਰਟੀ ਹੁੰਦੀ ਹੈ ਨਾ, ਉਹਦੇ ਵਿੱਚ 2 ਟਾਈਟਲ ਹੁੰਦੇ, 2 ਹੱਕ ਹੁੰਦੇ ਆ। ਇੱਕ ਹੁੰਦਾ ਲੀਗਲ ਟਾਈਟਲ, ਇੱਕ ਹੁੰਦਾ ਬੈਨੀਫੀਸ਼ੀਅਲ। ਬੈਨੀਫੀਸ਼ੀਅਲ ਦਾ ਮਤਲਬ ਹੁੰਦਾ ਕੌਣ ਹੱਕਦਾਰ ਆ ਜੀ। ਜਿੰਦਾ ਹੁਣ ਅਸੀਂ ਪ੍ਰਾਪਰਟੀਆਂ ਲਈਆਂ ਆ, ਜਿਹੜਾ ਨਾਂ ਆ ਤੇ ਜਿਹੜਾ ਹੱਕਦਾਰ ਇੱਕ ਹੀ ਆ। ਸੋ ਟਰਸਟ ਦੇ ਵਿੱਚ ਅਸੀਂ ਉਹ ਤੋੜ ਦਿੰਦੇ ਆ, ਅਸੀਂ ਕਹਿ ਦਿੰਦੇ ਆ ਨਾਂ ਮੇਰੇ ਹੋਊਗਾ ਪਰ ਹੱਕਦਾਰ ਹੋਰ ਆ ਜੀ, ਤਾਂ ਉਹ ਟਰਸਟ ਉਹ ਚੀਜ਼ ਕਰਾ ਦਿੰਦਾ ਟਰਸਟ। ਸੋ ਆਮ ਕੋਈ ਕਹਿ ਦਿੰਦਾ ਮੈਂ ਟਰਸਟ ਬਣਾਉਣਾ ਤਾਂ ਜਿੱਥੇ ਮਕਾਨ ਮੇਰੇ ਇਕੱਲੇ ਨਾ ਹੋਇਆ, ਮੈਂ ਆਪਣੀ ਵਾਈਫ ਦੇ ਨਾਂ ਵੀ ਲਾਉਣਾ, ਫਿਰ ਉਹਦੇ ਵਿੱਚ ਟਰਸਟ ਦੇ ਵਿੱਚ ਵੀ ਲਿਖਾ ਸਕਦੇ ਆ, ਲੈਂਡ ਰਜਿਸਟਰੀ ਵੀ ਰਜਿਸਟਰ ਕਰ ਸਕਦੇ ਆ। ਪਰ ਜਦ ਲੈਂਡ ਰਜਿਸਟਰੀ ਨਾ ਵੀ ਕੀਤਾ ਹੋਵੇ, ਟਰਸਟ ਬਣਾਇਆ ਵੀ, ਉਹਦਾ ਵੀ ਉਨਾ ਹੀ ਅਸਰ ਆ। ਸੋ ਜਿਸ ਤਰ੍ਹਾਂ ਇੱਕ ਕਿਸੇ ਦੀ ਜਾਣਦੇ ਕਿ ਕਿਸੇ ਦੀ ਡੈਥ ਹੋਈ ਸੀਗੀ, ਉਹਨਾਂ ਨੇ ਆਪਣਾ ਜਿਹੜਾ ਟਰਸਟ ਬਣਾ ਕੇ ਆਪਣੇ ਲੜਕੀਆਂ ਦੇ ਨਾਮ ਕੀਤਾ ਹੋਇਆ ਸੀ, ਤੇ ਉਹ ਬਾਅਦ ਵਿੱਚ ਲੜਕੀ ਦੀ ਡੈਥ ਹੋ ਗਈ, ਤੇ ਫਿਰ ਉਹ ਜਿਹੜਾ ਉਹ ਫਿਰ ਉਹਦੇ ਲੜਕੀ ਦੇ ਬੱਚਿਆਂ ਨੂੰ ਜਾਊਗਾ। ਹਾਂਜੀ, ਕਰਕੇ ਜਿਹਨਾਂ ਟਰਸਟ ਦਾ ਜੈਸ ਟਾਈਮ ਤੇ ਤੁਸੀਂ ਟਰਸਟ ਸਾਈਨ ਕਰ ਦਿੰਦੇ ਆ, ਉਹਦਾ ਅਸਰ ਪੈ ਜਾਂਦਾ ਉਸੇ ਵੇਲੇ। ਸੋ ਫਿਰ ਜਿਹੜਾ ਉਹ ਹੱਕ ਲੜਕੀ ਦਾ ਸੀ, ਉਹ ਫਿਰ ਉਹਦੇ ਨਿਆਣਿਆਂ ਨੂੰ ਜਾਊਗਾ ਜੀ। ਸੋ ਇਹਦੇ ਵਿੱਚ ਜਿਹੜੀ ਕੁੰਡੀ, ਜਿਸ ਤਰ੍ਹਾਂ ਆਂਟੀ ਜੀ ਹੋਰਾਂ ਨੇ ਕਿਹਾ ਕਿ ਵਸੀਅਤ ਬਣਾਉਣ ਦੇ ਵਿੱਚ, ਕਿਉਂਕਿ ਦੇਖੋ ਆਪਾਂ ਜਿੰਨੇ ਵੀ ਖਾਸ ਤੌਰ 'ਤੇ ਪੰਜਾਬੀ ਜਾਂ ਸਾਰੀ ਦੁਨੀਆ ਦੇ ਵਿੱਚ ਸਾਰੇ ਇਹ ਕਹਿੰਦੇ ਆ ਕਿ ਥੋੜ੍ਹਾ ਜਿਹਾ ਜਦੋਂ ਟੈਕਸ ਦੇਣਾ ਪੈਂਦਾ ਥੋੜ੍ਹਾ ਜਿਹਾ ਝਟਕਾ ਲੱਗਦਾ, ਜਦ ਕਿ ਜਿਹੜੀਆਂ ਸਰਕਾਰਾਂ ਆ ਉਹ ਟੈਕਸ ਦੇ ਸਹਾਰੇ ਚੱਲਦੀਆਂ। ਜਿੰਨਾ ਵੱਧ ਤੋਂ ਵੱਧ ਟੈਕਸ ਜਾਊਗਾ ਤੇ ਉਨਾ ਹੀ ਸਰਕਾਰ ਦੇ ਕੋਲ ਪੈਸਾ ਹੋਊਗਾ, ਸਰਕਾਰ ਸਾਡੇ ਲਈ ਹੋਰ ਸਹੂਲਤਾਂ
ਪੈਦਾ ਕਰੂਗੀ। ਲੇਕਿਨ ਅਸੀਂ ਟੈਕਸ ਦੇਣ ਲੱਗੇ ਕਿਤੇ ਕਿਤੇ ਕਰਦੇ ਹਾਂ, ਟਰਸਟ ਬਣਾਉਣ ਦੇ ਨਾਲ ਟੈਕਸ ਘੱਟ ਪੈਂਦਾ ਜਾਂ ਵਸੀਅਤ ਬਣਾਉਣ? ਜਿਹੜਾ ਕੱਲਾ ਟਰਸਟ ਬਣਾਉਣ ਚ ਨਹੀਂ ਹੈ ਨਾ, ਆਈ ਮੀਨ ਟੈਕਸ ਥੋੜਾ ਵੀ ਨਹੀਂ, 40% ਆ ਨਾ। ਸੋ ਕਾਨੂੰਨ ਦੇ ਤੌਰ ਤੇ ਹਰੇਕ ਬੰਦੇ ਕੋ ਹਰੇਕ ਬੰਦਾ 3,25,000 ਤੱਕ ਦੇ ਸਕਦਾ ਆਪਣੇ ਨਿਆਣਿਆਂ ਨੂੰ। ਜਿਹੜਾ ਕੋ ਹਸਬੈਂਡ ਵਾਈਫ ਨੂੰ ਜਾਂਦਾ ਉਹਦਾ ਕੋਈ ਲਿਮਿਟ ਨਹੀਂ ਹੈਗਾ। ਅੱਛਾ, ਆਮ ਹਰੇਕ ਬੰਦਿਆਂ ਕੋਲ 3,25,000 ਜਿੰਦਾ ਵਾਊਚਰ ਸਮਝ ਲਓ ਤੁਸੀਂ ਨਿਆਣੇ ਨੂੰ ਦੇ ਸਕਦੇ ਆ ਉਹਨਾਂ ਤੱਕ, ਤਾਂ ਤੁਹਾਨੂੰ ਟੈਕਸ ਨਹੀਂ ਲੱਗਦਾ। ਸੋ ਹਸਬੈਂਡ ਵਾਈਫ ਦਾ ਇਕੱਠਾ ਹੋ ਕੇ 6.5 ਲੱਖ ਹੋ ਗਿਆ। ਫਿਰ ਜੈਸ ਘਰ 'ਚ ਤੁਸੀਂ ਰਹਿੰਦੇ ਆ ਜਾਂ ਤੁਹਾਡੇ ਨਾਂ ਹੋਵੇ ਘਰ ਜੀ, ਹੈ ਤੁਹਾਡੇ ਕੋਲ another 175,000, ਉਹ ਵੀ ਫਿਰ 3.5 ਲੱਖ ਹੋ ਗਿਆ ਹੈ। 3.5 ਹੋ ਗਿਆ, ਹਾਂ 3.5 ਲੱਖ ਹੋ ਗਿਆ ਹੈ, ਜਿਹੜਾ ਤੁਸੀਂ ਨਿਆਣੇ ਨੂੰ ਆਪਣਾ ਘਰ ਦੇ ਸਕਦੇ ਆ। ਸੋ ਤੁਹਾਡਾ ਘਰ 3 ਲੱਖ ਦਾ ਹੋਵੇ ਫਿਰ ਤੁਸੀਂ 3 ਲੱਖ ਹੀ ਨੂੰ ਫਾਇਦਾ ਆ, 4 ਲੱਖ ਦਾ ਹੋਵੇ 3.5 ਦਾ ਹੀ ਫਾਇਦਾ ਆ। ਸੋ ਸਾਡੇ ਕੋਲ ਉਹ ਜੈਸ ਘਰ ਤੁਸੀਂ ਜਾਂਦੇ ਉਹ 3.5 ਲੱਖ ਹੈਗਾ ਆ, ਤਾਂ ਇੱਕ ਹੈਗਾ ਆ 6.5 ਲੱਖ, ਦੋ ਜਾਣੇ ਦਾ 3,25,000 ਰੱਖ ਲਓ। 9 ਲੱਖ ਮਿਲੀਅਨ ਪਾਉਂਡ ਤੱਕ ਤੁਸੀਂ ਦੇ ਸਕਦੇ ਆ ਆਪਣੇ ਨਿਆਣਿਆਂ ਨੂੰ, ਟੈਕਸ ਨਹੀਂ ਲੱਗਦਾ। ਨਿਆਣਿਆਂ ਨੂੰ ਵੀ ਫਾਇਦਾ ਕਰਕੇ ਫਿਰ ਜਿਹੜਾ ਸਾਰਾ ਕੈਪੀਟਲ ਗੇਨ ਸਭ ਕੁਛ ਮਾਫ ਹੋ ਜਾਂਦਾ। ਜਾਂ ਤੁਸੀਂ ਮਿਲੀਅਨ 950,000 ਰੱਖ ਲੈ ਜੀ ਅੱਜ ਲੈ, ਜੋ ਉਹ ਤੋਂ ਟੱਪ ਜੰਨੇ ਆ ਫਿਰ ਤੁਹਾਨੂੰ ਸੋਚਣਾ ਪੈਂਦਾ ਹੁਣ ਬੰਦ ਪਾ ਦਈਏ। ਤਾਂ 2-3 ਚੀਜ਼ਾਂ ਕਰ ਸਕਦੇ ਆ ਤੁਸੀਂ। ਪ੍ਰੋਪਰਟੀ ਜਾਂ ਮੋਰਗੇਜ ਨਾ ਹੋਵੇ, ਤੁਸੀਂ ਸਿੱਧਾ ਹੀ ਉਹਦੇ ਨਾਲ ਲਵਾ ਸਕਦੇ ਆ, ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਹੋਵੇ ਜੀ, ਉਹ ਹੋ ਗਈ ਇੱਕ। ਦੂਜੇ ਪਾਸੇ ਤੁਸੀਂ ਟਰਸਟ ਬਣਾ ਸਕਦੇ ਆ, ਉਹਦੇ ਵਿੱਚ ਤੁਸੀਂ ਵੀ ਫਿਰ ਹਿੱਸਾ ਰੱਖ ਲਿਆ, ਪਰ ਤੁਸੀਂ ਕਹਿ ਬੈਠੇ ਆ ਇਹ ਪ੍ਰੋਪਰਟੀ ਜਿਹੜੀ ਆ ਜਿੱਥੇ ਮੇਰਾ 100% ਹੱਕ ਸੀ ਹੁਣ ਮੈਂ ਘਟਾਤਾ, ਮੇਰੇ ਕੋਲ 50% ਹੀ ਆ, 50 ਮੈਂ ਆਪਣੇ ਨਿਆਣਿਆਂ ਨੂੰ ਵੰਡ ਦਿੰਦਾ। ਪਰ ਇਹਦਾ ਆਹ ਫਾਇਦਾ ਹੋ ਗਿਆ ਟੈਕਸ ਬਚਾਉਣ ਲਈ। ਬਟ ਕੱਲ ਨੂੰ ਨਿਆਣਾ ਜਦ ਤੱਕ ਤੁਸੀਂ ਜੀਂਦੇ ਆ ਕਹਿ ਸਕਦੇ ਮੈਂ ਆਪਣਾ 50 ਅੱਜ ਕੱਢਣਾ, ਮੇਰੀ ਮੋਰਗੇਜ ਮੈਂ ਆਪਣੀ ਲਾ ਦਿੰਦਾ, ਮੇਰੇ 50 ਦੇ ਨਾਲ ਤੁਹਾਨੂੰ ਦੇਣਾ ਪੈਂਦਾ, ਰੋਕ ਨਹੀਂ ਸਕਦੇ। ਕਿ ਇੱਕ ਵਾਰੀ ਤੁਸੀਂ ਟਰਸਟ ਬਣਾਤਾ ਕਾਨੂੰਨ ਦੇ ਤੌਰ ਤੇ, ਜਦ ਤੱਕ ਨਿਆਣੇ ਨਹੀਂ ਸਹਿਮਤ, ਉਹ ਜਿਹੜੇ ਨਾਂ ਤੁਸੀਂ ਬਣਾਇਆ ਜਦ ਤੱਕ ਉਹ ਨਹੀਂ ਸਹਿਮਤ ਤੋੜ ਨੂੰ ਤੁਸੀਂ ਆਪ ਨਹੀਂ ਤੋੜ ਸਕਦੇ। ਵਸੀਅਤ ਆ ਯਕੀਨ, ਟਰਸਟ ਯਕੀਨ, ਜਿਹੜੀ ਵਸੀਅਤ ਆ ਉਹ ਤੁਸੀਂ ਜਾਂ ਮਰਜੀ ਤੋੜ ਸਕਦੇ, ਤੁਹਾਨੂੰ ਹੋਰ ਕਿਸੇ ਦੀ ਸਲਾਹ ਲੈਣ ਦੀ ਕੋਈ ਲੋੜ ਨਹੀਂ। ਬਟ ਟਰਸਟ ਇੱਕ ਵਾਰੀ ਬਣਾਤਾ ਪਾਸੇ ਕਰਕੇ ਉਹ ਹੈਗਾ ਕਾਫੀ ਖਤਰਾ ਡਾਕੂਮੈਂਟ, ਫਿਰ ਉਹਦਾ ਟੈਕਸ ਤੇ ਅਸਰ ਪੈਂਦਾ ਜਾਂ ਦੇਣ ਲੈਣ ਦਾ ਅਸਰ ਪੈਂਦਾ, ਤਾਂ ਫਿਰ ਉਹ ਸੋਚ ਕੇ ਪਾਉਣਾ ਪੈਂਦਾ। ਆਹ ਕੁੰਡੀ ਜਿਹੜੀ ਆ ਇਹ ਆਪਾਂ ਹੁਣ ਬਿਲਕੁਲ ਮਾਨਕ ਸਾਹਿਬ ਨੇ ਖੋਲ ਦਿੱਤੀ ਹੈ। ਸੋ ਮਾਨਕ ਸਾਹਿਬ ਆਸ ਕਰਦਾ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ, ਇਸ ਤੁਹਾਡੀ ਗੱਲਬਾਤ ਤੋਂ ਬਹੁਤ ਸਾਰੇ ਸਰੋਤਿਆਂ ਨੇ ਬਹੁਤ ਸਾਰਾ ਫਾਇਦਾ ਉਠਾਇਆ ਹੋਵੇਗਾ। ਸੋ ਬੇਨਤੀ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਦੇ ਕਦੇ ਜ਼ਰੂਰ ਸਾਂਝ ਪਾਇਆ ਕਰੋ, ਤਾਂ ਕਿ ਆਪਾਂ ਆਪਣੇ ਰੇਡੀਓ 5 ਦੇ ਪਰਿਵਾਰ ਨੂੰ ਅਵੇਅਰ ਕਰਦੇ ਰਹੀਏ ਕਿਹਨਾਂ ਚੀਜ਼ਾਂ ਨਾਲ ਫਿਊਚਰ ਦੇ ਵਿੱਚ ਤੁਹਾਡਾ ਨੁਕਸਾਨ ਹੋ ਸਕਦਾ ਤੇ ਕਿਹੜੀਆਂ ਚੀਜ਼ਾਂ ਕਰਨ ਦੇ ਨਾਲ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ। ਗੱਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਟੈਕਸ ਤੋਂ ਬਿਨਾਂ ਸਰਕਾਰਾਂ ਚੱਲਦੀਆਂ ਨਹੀਂ, ਲੇਕਿਨ ਜਦੋਂ ਤੁਹਾਡੀ ਮਿਹਨਤ ਮੁਸ਼ੱਕਤ ਦੀ ਕਮਾਈ ਕੀਤੀ ਹੁੰਦੀ ਹੈ, ਕੁਝ ਪੇਪਰ ਵਰਕ ਨਾ ਪੂਰੇ ਹੋਣ ਕਾਰਨ ਟੈਕਸ ਦੇਣਾ ਪੈਂਦਾ, ਉਹਦਾ ਦੁੱਖ ਬੜਾ ਲੱਗਦਾ ਬੱਚਿਆਂ ਨੂੰ ਵੀ, ਤੇ ਜਾਣ ਵਾਲਾ ਤਾਂ ਚਲੇ ਜਾਂਦਾ। ਟੈਕਸ ਵੀ 40% ਆ ਜੀ, ਹਲਕਾ ਹੋਣੀ। ਹਾਂਜੀ 40% ਕਾਫੀ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ, ਤੁਸੀਂ ਤੁਸੀਂ ਟਾਈਮ ਕੱਢਿਆ ਰੇਡੀਓ 5 ਅਕਸਰ ਤੁਸੀਂ। ਬਹੁਤ ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।